ਇੰਨਾ ਜ਼ਿਆਦਾ ਸ਼ੋਸ਼ਣ ਕੀਤਾ ਗਿਆ ਠੇਕੇਦਾਰ ਦੇ ਵੱਲੋਂ 16 18 ਘੰਟੇ ਕੰਮ ਲੈ ਕੇ ਤਾਂ ਉਹਨਾਂ ਨੂੰ ਤਨਖਾਹ 2500 ਤੋਂ 3000 ਤੱਕ ਦਿੱਤੀ ਜਾ ਰਹੀ ਸੀ। ਬਾਦਲ ਸਰਕਾਰ ਨੇ ਰਾਜ ਕੀਤਾ, ਉਹ ਵੀ ਉਹਨਾਂ ਦੇ ਪਿਓ ਦਾ ਦੇਸ਼ ਸੀ। ਉਹਨਾਂ ਨੇ ਸਾਡਾ ਰੱਜ ਕੇ ਸ਼ੋਸ਼ਣ ਕੀਤਾ। ਠੇਕੇਦਾਰ ਸਿਸਟਮ ਦੇ ਵਿੱਚ ਇੰਨਾ ਕੁ ਬੜਾਵਾ ਲੈ ਕੇ ਆਂਦਾ, ਸਾਰੀਆਂ ਪਾਵਰਾਂ ਠੇਕੇਦਾਰ ਨੂੰ ਦੇ ਦਿੱਤੀਆਂ। ਕੰਮ ਰੋਡਵੇਜ਼ ਦਾ, ਸਰਕਾਰ ਦਾ, ਬੱਸਾਂ ਸਰਕਾਰ ਦੀਆਂ, ਅਧਿਕਾਰੀ ਸਰਕਾਰ ਦੇ, ਪਰ ਜਿਹੜੀ ਤਨਖਾਹ ਸੀ ਉਹ ਠੇਕੇਦਾਰ ਕੱਟ ਕਟਾ ਕੇ ਆਪਦੇ ਖਰਚੇ ਕੱਟ ਕੇ ਵਰਕਰਾਂ ਨੂੰ ਥੋੜੇ ਪੈਸੇ ਹੀ ਦਿੰਦਾ ਸੀ। ਸਰਕਾਰ ਨੇ ਇੱਕ ਭੁਲੇਖਾ ਪਾਉਣ ਦੇ ਮਾਰਿਆਂ ਨੇ 2015 ਦੇ ਵਿੱਚ ਇੱਕ ਟੈਸਟ ਲੈ ਲਿਆ ਸੀ ਜੀ, ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਿਆ ਸੀ ਜੀ। ਉਹਦੇ ਟੈਸਟ ਦੇ ਵਿੱਚ ਵਰਕਰ ਪਾਸ ਹੋ ਗਏ। ਜਿਹੜੇ ਪਾਸ ਹੋ ਗਏ ਉਹਨਾਂ ਨੂੰ ਕੰਟਰੈਕਟ ਤੇ ਸਿੱਧਾ ਠੇਕੇ ਤੇ ਰੱਖ ਲਿਆ ਗਿਆ, ਦੂਜਿਆਂ ਨੂੰ ਦੂਜੇ ਠੇਕੇਦਾਰ ਕੋਲ ਹੀ ਵੇਚ ਦਿੱਤਾ ਗਿਆ। ਜਿਹੜੇ ਵਰਕਰ ਪ੍ਰੋਪਰ 2007 ਤੋਂ ਕੰਮ ਕਰਕੇ ਆ ਰਹੇ ਸੀ ਉਹਨਾਂ ਨੂੰ 2015 ਦੇ ਵਿੱਚ ਉਹਨਾਂ ਦਾ ਡਰਾਈਵਿੰਗ ਟੈਸਟ ਦੁਬਾਰਾ ਲਿਆ ਗਿਆ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਬੱਸ ਚਲਾਈ। ਉਸ ਤੋਂ ਪਹਿਲਾਂ ਵੀ ਬੱਸ ਚਲਾਉਂਦੇ ਸੀ। ਇਹ ਕੀ ਕਰਨਾ ਕੋਈ ਜ਼ਰੂਰੀ ਸੀ ਜਾਂ ਉਸ ਤੋਂ ਪਹਿਲਾਂ ਜਿਹੜੇ ਬੰਦੇ ਰੱਖੇ ਸੀ ਉਹ ਸਵਾਰੀਆਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਰੱਖੇ ਸੀ? ਲਗਾਤਾਰ 1 ਸਾਲ ਤੋਂ ਸਮਾਂ ਦੇ ਰਹੇ ਨੇ ਤੇ ਮੀਟਿੰਗ ਨਹੀਂ ਕਰ ਰਹੇ। ਕੋਈ ਨਾ ਕੋਈ ਬਹਾਨਾ ਬਣਾ ਕੇ, ਕਦੀ ਕਰੋਨਾ ਦਾ ਬਹਾਨਾ ਬਣਾ ਕੇ, ਕਦੀ ਦਿੱਲੀ ਮੀਟਿੰਗ ਦਾ ਬਹਾਨਾ ਬਣਾ ਕੇ, ਕਦੀ ਕਹਿੰਦੇ ਤੁਹਾਡੇ ਵਾਸਤੇ ਕੁਝ ਅਸੀਂ ਨਵਾਂ ਤਿਆਰ ਕਰ ਰਹੇ ਹਾਂ। ਅਜੇ ਤੱਕ ਸਾਡੇ ਨਾਲ ਕੋਈ ਵੀ ਫਾਈਨਲ ਮੀਟਿੰਗ ਨਹੀਂ। ਅੱਜ ਵੀ ਜਿਹੜੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਸਾਡੇ ਨਾਂ ਤੇ ਕਹਿ ਰਹੇ ਨੇ ਵੀ 28 ਤਰੀਕ ਨੂੰ ਅੱਜ ਹੜਤਾਲ ਕਰਨ ਦੇ ਤੁਹਾਨੂੰ ਮੀਟਿੰਗ ਦਿੱਤੀ ਸੀ, ਪਰ ਸਾਡੇ ਨਾਲ ਕੋਈ ਵੀ ਮੰਤਰੀ, ਟਰਾਂਸਪੋਰਟ ਮੰਤਰੀ ਦੀ ਜਾਂ ਕਿਸੇ ਇਹੋ ਜਿਹੀ ਮੀਟਿੰਗ ਨਹੀਂ ਹੋਈ ਤੇ ਨਾ ਹੀ ਮੀਟਿੰਗ ਕਰਨ ਵਾਸਤੇ, ਸਾਡੀਆਂ ਮੰਗਾਂ ਮੰਨਣ ਵਾਸਤੇ, ਸਾਡੀਆਂ ਗੱਲਾਂ ਸੁਣਨ ਵਾਸਤੇ ਤਿਆਰ ਨਹੀਂ ਸਨ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਨੇ, ਸਰਕਾਰ ਦੇ ਅੰਦਰ ਦੀ ਹਲਚਲ ਵੀ ਵੱਧਦੀ ਜਾ ਰਹੀ ਹੈ, ਲੋਕਾਂ ਦੇ ਹੱਕਾਂ ਨੂੰ ਮੰਗਣ ਦੀ ਹਲਚਲ ਵੀ ਵੱਧਦੀ ਜਾ ਰਹੀ ਹੈ। ਜਿੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਗੇ ਠੇਕਾ ਅਧਿਕਾਰਤ ਅਧਿਆਪਕ ਬੈਠੇ ਨੇ, ਜਿੱਥੇ ਮੋਤੀ ਮਹਿਲ ਦੇ ਟਾਵਰ ਤੇ ਇੱਕ ਅਧਿਆਪਕ ਯੂਨੀਅਨ ਆਪਣੇ ਪੱਕੇ ਹੋਣ ਦੀ ਮੰਗਾਂ ਨੂੰ ਲੈ ਕੇ ਬੈਠੀ ਹੈ, ਉੱਥੇ ਚੰਡੀਗੜ੍ਹ ਦੇ ਵਿੱਚ ਵੀ ਹਲਚਲਾਂ ਵੱਧਦੀਆਂ ਜਾ ਰਹੀਆਂ ਨੇ। ਅੱਜ ਤੋਂ ਲਗਾਤਾਰ 3 ਦਿਨ ਦੇ ਲਈ ਪੰਜਾਬ ਰੋਡਵੇਜ਼, ਪਨਬਸ, PRTC ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ ਹੈ ਤੇ ਚੱਕਾ ਜਾਮ ਕਰ ਦਿੱਤਾ ਹੈ। ਤਕਰੀਬਨ 3000 ਦੇ ਬੱਸਾਂ ਦੇ ਕਰੀਬ ਅੱਜ ਰੁਕ ਰਹੀਆਂ ਨੇ। 1.5 ਤੋਂ 2 ਲੱਖ ਯਾਤਰੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਏ ਨੇ। ਕਾਰਨ ਇਹ ਹੈ ਕਿ ਸਰਕਾਰ ਲਗਾਤਾਰ ਇਹਨਾਂ ਨੂੰ ਠੇਕੇ ਤੇ ਰੱਖ ਰਹੀ ਹੈ। ਠੇਕੇ ਤੇ ਰੱਖਣ ਤੋਂ ਬਾਅਦ ਹਰ ਵਾਰ ਅਫਸਰ ਗੱਲ ਕਰਦੇ ਨੇ, ਮੰਗਾਂ ਮੰਨਦੇ ਨੇ, ਪਰ ਪੂਰੀਆਂ ਨਹੀਂ ਕਰਦੇ। ਕੰਮ ਇੱਕ ਪੱਕੇ ਮੁਲਾਜ਼ਮ ਦੀ ਤਰ੍ਹਾਂ ਲਿਆ ਜਾਂਦਾ ਹੈ, ਉਸ ਤੋਂ ਜ਼ਿਆਦਾ ਹੀ ਲਿਆ ਜਾਂਦਾ, ਪਰ ਪੈਸੇ ਦਿੱਤੇ ਜਾਂਦੇ ਨੇ ਨਿਗੂਣੇ। ਅਜਿਹੇ ਮਸਲਿਆਂ ਨੂੰ ਲੈ ਕੇ ਜੋ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਹਲਚਲ ਹੋਈ ਵੀ, ਇੱਕ ਚੱਕਾ ਜਾਮ ਹੋਇਆ ਪਿਆ ਜੋ ਲਗਾਤਾਰ 30 ਤਰੀਕ ਤੱਕ ਰਹਿਣਾ ਹੈ। ਉਸ ਜਥੇਬੰਦੀ, ਉਸ ਸਮੂਹ ਦੇ ਆਗੂ ਸਾਡੇ ਨਾਲ ਨੇ, ਸਰਦਾਰ ਜਸਵੀਰ ਸਿੰਘ, ਪੰਜਾਬ ਰੋਡਵੇਜ਼ ਪਨਬਸ ਕੰਟਰੈਕਟਰ ਵਰਕਰ ਯੂਨੀਅਨ ਦੇ। ਉਹ ਦੱਸਣਗੇ ਕਿ ਇਹ ਮਸਲਾ ਕੀ ਹੈ, ਕਿਉਂ ਉਹਨਾਂ ਨੂੰ ਇਹ ਲੋਕਾਂ ਨੂੰ ਯਾਨੀ ਜਿੱਥੇ ਤੰਗੀ ਹੁੰਦੀ ਹੈ ਅਜਿਹਾ ਫੈਸਲਾ ਲੈਣਾ ਪਿਆ, ਕਿਉਂਕਿ ਸਰਕਾਰ ਉਹਨਾਂ ਦੀ ਗੱਲ ਮੰਨ ਹੀ ਨਹੀਂ ਰਹੀ। ਸਰਦਾਰ ਜਸਵੀਰ ਸਿੰਘ ਜੀ ਸਾਡੇ ਸਟੂਡੀਓ 'ਚ ਹਾਜ਼ਰ ਨੇ। ਆਓ ਉਹਨਾਂ ਨਾਲ ਦਰਸ਼ਕਾਂ ਦੀ ਸਾਂਝ ਪਾਉਂਦੇ ਹਾਂ। ਜਸਵੀਰ ਸਿੰਘ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਜਸਵੀਰ ਸਿੰਘ ਢਿੱਲੋਂ, ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਐਂਡ PRTC ਚੰਡੀਗੜ੍ਹ ਤੋਂ ਜੀ। ਤੁਸੀਂ ਦਰਸ਼ਕਾਂ ਨੂੰ ਇਹ ਗੱਲ ਖੋਲ੍ਹ ਕੇ ਦੱਸੋ ਕਿ ਮਸਲਾ ਕੀ ਹੈ? ਤੁਸੀਂ ਇਸ ਗੱਲ 'ਤੇ ਮਜਬੂਰ ਕਿਉਂ ਕਿ ਅੱਜ 1.5 ਤੋਂ 2 ਲੱਖ ਯਾਤਰੀ ਜਿਨ੍ਹਾਂ ਦਾ ਰੋਜ਼ਾਨਾ ਸਫ਼ਰ ਹੁੰਦਾ ਉਹਨਾਂ ਪ੍ਰਭਾਵਿਤ ਹੋਣਗੇ, ਬਹੁਤ ਕੰਮ ਰੁਕਣਗੇ। ਤੁਸੀਂ ਅੱਜ ਚੱਕਾ ਜਾਮ ਕੀਤਾ ਜੋ ਲਗਾਤਾਰ 3 ਦਿਨ ਰਹਿਣਾ ਹੈ। ਪਟਿਆਲਾ ਹੋ ਗਿਆ, ਚੰਡੀਗੜ੍ਹ 'ਚ ਫੇਰ ਹੋ ਗਿਆ। ਇਹ ਕੀ ਕਾਰਨ ਨੇ? ਜੋ ਹੜਤਾਲਾਂ ਹੁੰਦੀਆਂ ਨੇ, ਇਹ ਸਾਰਾ ਜਿਹੜਾ ਦੋਸ਼ ਹੈ ਉਹ ਵਰਕਰਾਂ ਤੇ ਹੜਤਾਲਾਂ ਕਰਨ ਵਾਲਿਆਂ ਤੇ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸਰਕਾਰ ਦੀਆਂ ਜਿਹੜੀਆਂ ਨੇ ਮਾੜੀਆਂ ਨੀਤੀਆਂ ਨੇ। ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਵਿੱਚ ਪਨਬਸ ਹੋਂਦ 'ਚ ਲਿਆਂਦੀ, ਰੋਡਵੇਜ਼ ਤੋਂ ਪਨਬਸ ਹੋਂਦ 'ਚ ਲਿਆਂਦੀ। 2007 ਦੇ ਵਿੱਚ ਇਹਨਾਂ ਨੇ ਕੈਪਟਨ ਸਰਕਾਰ ਦੀ, ਉਸ ਟਾਈਮ ਸਰਕਾਰ ਸੀ, ਠੇਕਾ ਆਧਾਰਿਤ ਬੰਦੇ ਰੱਖੇ ਗਏ ਜੀ, ਜਿਨ੍ਹਾਂ ਦਾ ਇੰਨਾ ਜ਼ਿਆਦਾ ਸ਼ੋਸ਼ਣ ਕੀਤਾ ਗਿਆ ਠੇਕੇਦਾਰ ਦੇ ਵੱਲੋਂ। 16 18 ਘੰਟੇ ਕੰਮ ਲੈ ਕੇ ਤਾਂ ਉਹਨਾਂ ਨੂੰ ਤਨਖਾਹ 2500 ਤੋਂ 3000 ਤੱਕ ਦਿੱਤੀ ਜਾ ਰਹੀ ਸੀ ਜੀ। ਇਹਨਾਂ ਕਾਰਨਾਂ ਕਰਕੇ ਜਿਹੜਾ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਸੀ, ਇਹ ਚੀਜ਼ ਲਗਾਤਾਰ ਪ੍ਰੋਪਰ ਚੱਲਦੀ ਆ ਰਹੀ। ਜਿਹੜੀ ਪਨਬਸ ਕੰਟਰੈਕਟ ਵਰਕਰ ਯੂਨੀਅਨ 2010 ਤੋਂ ਲੈ ਕੇ 11 ਦੇ ਵਿੱਚ 8 ਦਸੰਬਰ ਨੂੰ ਇਹ ਜਿਹੜੀ ਹੋਂਦ ਦੇ ਵਿੱਚ ਆਈ।
ਉਹਦੇ ਵਿੱਚੋਂ ਥੋੜਾ ਜਿਹਾ ਲੈਵਲ ਚੱਕਿਆ ਗਿਆ ਠੇਕੇਦਾਰ ਨੂੰ ਨੱਥ ਪਾਉਣ ਵਾਸਤੇ ਹੜਤਾਲਾਂ। ਚਲੋ ਤੁਹਾਡੀ ਗੱਲ ਮੈਂ ਸਮਝ ਗਿਆ। ਉਹ ਗੱਲ ਇਹ ਹੈਗੀ ਹੈ ਕਿ ਜਦੋਂ ਇਹ ਸ਼ੋਸ਼ਣ ਵੱਧ ਗਿਆ, ਸਰਕਾਰ ਨੇ ਠੇਕਾ ਅਧਿਕਾਰਤ ਕਰਤਾ, ਠੇਕਿਆਂ ਨੂੰ ਜ਼ਿਆਦਾ ਅਧਿਕਾਰ ਦੇ ਦਿੱਤੇ, ਸ਼ੋਸ਼ਣ ਵਧਣ ਦੇ ਕਾਰਨ ਯਾਨੀ ਹਨਨ ਹੋਣ ਲੱਗ ਗਿਆ ਉਹਨਾਂ ਦੇ ਹੱਕਾਂ ਦਾ। ਉੱਥੇ ਤੁਸੀਂ ਯੂਨੀਅਨ ਦਾ ਗਠਨ ਕੀਤਾ, ਯੂਨੀਅਨ ਦੇ ਗਠਨ ਤੋਂ ਬਾਅਦ ਫਿਰ ਗੱਲ ਹੋਈ। ਉਸ ਤੋਂ ਬਾਅਦ ਕੀ ਹੋਇਆ? ਕੀ ਐਸੀਆਂ ਗੱਲਾਂ ਹੋਈਆਂ ਜਿਸ ਨੂੰ ਲੈ ਕੇ ਵੀ ਤੁਹਾਡੀ ਅਫਸਰਾਂ ਨਾਲ ਗੱਲ ਹੋਈ, ਜਾਂ ਅਫਸਰ ਕਿਸ ਗੱਲ ਤੇ ਪਹੁੰਚੇ? ਅੱਜ ਤੱਕ ਕੀ ਸਥਿਤੀ ਹੈ ਉਸ ਦੀ? ਉਸ ਤੋਂ ਬਾਅਦ ਕੈਪਟਨ ਸਰਕਾਰ ਤੋਂ ਬਾਅਦ 10 ਸਾਲ ਬਾਦਲ ਸਰਕਾਰ ਨੇ ਰਾਜ ਕੀਤਾ, ਉਹ ਵੀ ਉਹਨਾਂ ਦੇ ਪਿਓ ਦਾ ਦੀ ਸੀ। ਜੋ ਗੱਲ ਇਹਨਾਂ ਨੇ ਨਹੀਂ ਸੁਣੀ, ਉਹ ਗੱਲ ਉਹਨਾਂ ਨੇ ਵੀ ਨਹੀਂ ਸੁਣੀ। ਉਹਨਾਂ ਨੇ ਸਾਡਾ ਰੱਜ ਕੇ ਸ਼ੋਸ਼ਣ ਕੀਤਾ। ਠੇਕੇਦਾਰ ਸਿਸਟਮ ਦੇ ਵਿੱਚ ਇੰਨਾ ਕੁ ਬੜਾਵਾ ਲੈ ਕੇ ਆਂਦਾ, ਸਾਰੀਆਂ ਪਾਵਰਾਂ ਠੇਕੇਦਾਰ ਨੂੰ ਦੇ ਦਿੱਤੀਆਂ। ਕੰਮ ਰੋਡਵੇਜ਼ ਦਾ ਸਰਕਾਰ ਦਾ, ਬੱਸਾਂ ਸਰਕਾਰ ਦੀਆਂ, ਅਧਿਕਾਰੀ ਸਰਕਾਰ ਦੇ, ਪਰ ਜਿਹੜੀ ਤਨਖਾਹ ਸੀ ਉਹ ਠੇਕੇਦਾਰ ਕੱਟ ਕਟਾ ਕੇ ਆਪਦੇ ਖਰਚੇ ਕੱਟ ਕੇ ਵਰਕਰਾਂ ਨੂੰ ਥੋੜੇ ਪੈਸੇ ਹੀ ਦਿੰਦਾ ਸੀ। ਕਿੰਨੇ ਪੈਸੇ ਹੈ ਜੀ? ਉਸ ਟਾਈਮ 5500 ਰੁਪਈਆ 5000 ਰੁਪਈਆ ਦੇ ਰਹੇ ਸੀ। ਤੇ ਉਸ ਤੋਂ ਬਾਅਦ ਇਹ ਚੀਜ਼ ਲਗਾਤਾਰ ਚੱਲਦੀ ਆਈ। ਅਸੀਂ ਹੜਤਾਲਾਂ ਕਰਦੇ ਰਹੇ। ਇਹ ਦੋਸ਼ ਮੜਿਆ ਜਾ ਰਿਹਾ ਵੀ ਹੜਤਾਲਾਂ ਕਰਕੇ ਜਨਤਾ ਨੂੰ ਪਰੇਸ਼ਾਨ ਯੂਨੀਅਨਾਂ ਕਰਦੀਆਂ ਨੇ, ਮੁਲਾਜ਼ਮ ਕਰਦੇ ਨੇ, ਪਰ ਇਹ ਮਜਬੂਰ ਕਰਦੇ ਨੇ ਇਸ ਕੰਮ ਨੂੰ ਕਰਨ ਵਾਸਤੇ। ਇਹ ਸਾਰਾ ਦੋਸ਼ ਸਰਕਾਰਾਂ ਦਾ ਹੈ। ਇਹਨਾਂ ਹੀ ਇਹ ਕੰਮ ਸ਼ੁਰੂ ਕੀਤਾ। ਇਹ ਸਰਕਾਰ ਦਾ ਦੋਸ਼ ਹੈ, ਤੁਹਾਡੀ ਗੱਲ ਸਾਹਮਣੇ ਆ ਗਈ ਹੈ। ਤੇ ਹੁਣ ਤੁਸੀਂ ਇਹ ਦੱਸੋ ਵੀ ਕਿੰਨੀਆਂ ਬੱਸਾਂ ਪਨਬੱਸ ਦੀਆਂ ਨੇ, ਕਿੰਨੀਆਂ ਰੋਡਵੇਜ਼ ਦੀਆਂ ਨੇ, ਤੇ ਕਿੰਨੇ ਤੁਹਾਡੇ ਵਰਕਰ ਨੇ ਇਹਨਾਂ ਤੇ ਕੰਮ ਕਰਦੇ? ਸਾਡੀਆਂ ਟੋਟਲ 1550 ਪਨਬੱਸ ਹੈ, 1200 PRTC ਹੈ, ਜਿਹਦੇ ਵਿੱਚ ਟੋਟਲ ਮਿਲਾ ਕੇ 2000 PRTC, 5000 ਤੋਂ 5500 ਪਨਬੱਸ, 7000 7500 ਵਰਕਰ ਜਿਹੜਾ ਟੋਟਲ ਕੰਮ ਕਰ ਰਿਹਾ ਹੈ ਠੇਕੇ ਦੇ ਆਧਾਰ ਤੇ। ਠੇਕਾ ਆਧਾਰਿਤ ਦਾ ਨੇ। ਅੱਛਾ, ਉਹ ਪੈਸੇ ਤੁਹਾਡੇ ਵਧੇ ਨਹੀਂ ਹਜੇ ਤੱਕ? ਕੋਈ PF ਜਾਂ ਕੋਈ ਹੋਰ ਕੱਟਿਆ ਨਹੀਂ ਜਾਂਦਾ? ਇਸ ਟਾਈਮ 10000 ਰੁਪਇਆ 11000 ਰੁਪਇਆ ਸਾਡਾ ਹੋਇਆ ਹੈ, ਜਿਹੜਾ ਕਿ ਇਸ ਖਰਚੇ ਨੂੰ ਚਲਾਉਣ ਵਾਸਤੇ, ਇਸ ਜ਼ਮਾਨੇ ਦੇ ਵਿੱਚ ਪਰਿਵਾਰ ਪਾਲਣ ਵਾਸਤੇ ਬਹੁਤ ਹੀ ਜ਼ਿਆਦਾ ਘੱਟ ਹੈ ਜੀ। ਅੱਛਾ, ਤੁਸੀਂ ਇਹ ਦੱਸੋ, ਇਸ ਜਿਹੜੇ ਠੇਕਾਦਾਰ ਮੁਲਾਜ਼ਮ ਨੇ ਤੁਸੀਂ, ਇਹ ਕਿਹੜੇ ਨੇ? ਕੰਡਕਟਰ ਕਿੰਨੇ ਨੇ, ਜਾਂ ਆਪਾਂ ਡਰਾਈਵਰ ਕਹੀਏ, ਜਾਂ ਹੋਰ ਕਿਹੜੇ ਕਿਹੜੇ ਵਰਗਾਂ 'ਚ ਕੰਮ ਕਰਦੇ ਨੇ? ਇਸ ਦੇ ਵਿੱਚ 3 ਕੈਟਾਗਰੀਆਂ ਨੇ ਜੀ। ਵਰਕਸ਼ਾਪ ਸਟਾਫ ਜੋ ਗੱਡੀਆਂ ਮਕੈਨਿਕ ਠੀਕ ਕਰਦੇ ਆ ਜੀ, ਤੇ ਡਰਾਈਵਰ ਅਤੇ ਕੰਡਕਟਰ। ਇਹ ਤਿੰਨ ਕੈਟਾਗਰੀਆਂ। ਅੱਛਾ, ਹੁਣ ਅੱਜ ਤੁਸੀਂ ਕੀ ਸਟਾਰਟ ਕੀਤਾ, ਕਿੱਥੋਂ ਸਟਾਰਟ ਕੀਤਾ ਇਹ ਸਾਰਾ ਕੁਝ? ਅੱਜ ਅਸੀਂ ਜੋ ਹੜਤਾਲ ਕੀਤੀ ਹੈ ਉਹ ਸਰਕਾਰ ਦੀਆਂ ਜਿਹੜੀਆਂ ਕੀਤੇ ਹੋਏ ਵਾਅਦਿਆਂ ਨੂੰ ਦੇਖਦੇ ਹੋਏ, ਇੱਕ ਚੀਜ਼ ਮੈਂ ਇੱਥੇ ਹੋਰ ਦੱਸ ਦੇਣਾ ਚਾਹੁੰਦਾ ਹਾਂ। ਉਹਦੇ ਵਿੱਚ ਸਰਕਾਰ ਨੇ ਇੱਕ ਭੁਲੇਖਾ ਪਾਉਣ ਦੇ ਮਾਰਿਆਂ ਨੇ 2015 ਦੇ ਵਿੱਚ ਇੱਕ ਟੈਸਟ ਲੈ ਲਿਆ ਸੀ ਜੀ, ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਿਆ ਸੀ ਜੀ। ਉਹਦੇ ਟੈਸਟ ਦੇ ਵਿੱਚ ਵਰਕਰ ਪਾਸ ਹੋ ਗਏ। ਜਿਹੜੇ ਪਾਸ ਹੋ ਗਏ ਉਹਨਾਂ ਨੂੰ ਕੰਟਰੈਕਟ ਤੇ ਸਿੱਧਾ ਠੇਕੇ ਤੇ ਰੱਖ ਲਿਆ ਗਿਆ, ਦੂਜਿਆਂ ਨੂੰ ਦੂਜੇ ਠੇਕੇਦਾਰ ਕੋਲ ਹੀ ਵੇਚ ਦਿੱਤਾ ਗਿਆ। ਉਹ ਠੇਕੇ ਤੇ ਰੱਖਣ ਕਰਕੇ ਸਾਰਾ ਕੁਝ ਉਹੀ ਦਿੱਤੀ ਜਾਂਦੇ ਨੇ, ਸਿਰਫ ਇੱਕ GST ਦਾ ਫਰਕ ਪੈ ਰਿਹਾ ਹੈ। ਜੇਕਰ ਜਿਹੜੇ ਅੱਜ ਸਾਡੇ ਕੋਲ ਲਹਿਰੀ ਤੋਂ ਬਾਅਦ ਦਤਾਰ ਸਿਕਿਉਰਿਟੀ ਆ ਗਿਆ, 4 ਠੇਕੇਦਾਰ ਬਦਲ ਚੁੱਕੇ ਨੇ। ਜੇਕਰ ਨੰਬਰ 1 ਮੈਂ ਹੋਰ ਇਹ ਸਰਕਾਰ ਦੀ ਨਿਖੇਧੀ ਕਰਨਾ ਚਾਹੁੰਦਾ, ਇਹਦੀਆਂ ਨਕੈਲੀਆਂ ਨਲਾਇਕੀਆਂ ਦੱਸਣਾ ਚਾਹੁੰਦਾ ਵੀ ਜਿਹੜੇ ਵਰਕਰ ਪ੍ਰੋਪਰ 2007 ਤੋਂ ਕੰਮ ਕਰਕੇ ਆ ਰਹੇ ਸੀ, ਉਹਨਾਂ ਨੂੰ 2015 ਦੇ ਵਿੱਚ ਉਹਨਾਂ ਦਾ ਡਰਾਈਵਿੰਗ ਟੈਸਟ ਦੁਬਾਰਾ ਲਿਆ ਗਿਆ। ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਬੱਸ ਚਲਾਈ, ਉਸ ਤੋਂ ਪਹਿਲਾਂ ਵੀ ਬੱਸ ਚਲਾਉਂਦੇ ਸੀ। ਇਹ ਕੀ ਕਰਨਾ ਕੋਈ ਜ਼ਰੂਰੀ ਸੀ, ਜਾਂ ਉਸ ਤੋਂ ਪਹਿਲਾਂ ਜਿਹੜੇ ਬੰਦੇ ਰੱਖੇ ਸੀ ਉਹ ਸਵਾਰੀਆਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਰੱਖੇ ਸੀ? ਚਲੋ, ਤੁਹਾਡੀ ਗੱਲ ਸਮਝ ਗਿਆ ਵੀ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ। ਥੋੜਾ ਜਿਹਾ ਕਿ ਇੱਕ ਸਧਾਰਨ ਸ਼ਬਦਾਂ 'ਚ ਦੱਸੋ, ਜਿਹੜਾ ਤੁਸੀਂ ਕਹਿੰਦੇ ਵੀ ਟੈਸਟ ਲਿਆ ਗਿਆ, ਫਿਰ ਇੱਕ ਹੋਰ ਠੇਕਾ ਦੇ ਦਿੱਤਾ, ਠੇਕੇ 'ਚ ਦੋਨਾਂ 'ਚ ਵਖਰੇਵਾਂ ਕੀ ਹੈ? ਠੇਕੇ 'ਚ ਕੋਈ ਵਖਰੇਵਾਂ ਨਹੀਂ। ਜੇਕਰ ਸਰਕਾਰ ਇਹਨਾਂ ਵਰਕਰਾਂ ਨੂੰ ਸਿੱਧੇ ਠੇਕੇ ਤੇ ਲੈਂਦੀ ਹੈ, ਮਹਿਕਮਾ ਸਿੱਧਾ ਠੇਕੇ ਤੇ ਲੈਂਦਾ ਹੈ, ਜੋ ਅੱਜ ਪ੍ਰਾਈਵੇਟ ਠੇਕੇਦਾਰ ਨੂੰ GST ਦਿੱਤਾ ਜਾ ਰਿਹਾ ਹੈ, ਜੇ ਉਹ ਇੰਨਾ ਕੁ GST ਹੈ, ਜੇਕਰ ਸਿੱਧਾ ਸਰਕਾਰ ਜਿਹੜੀ ਹੈ ਉਹ ਮਹਿਕਮੇ ਤੇ ਠੇਕੇ ਤੇ ਰੱਖੇ ਬੰਦਿਆਂ ਨੂੰ GST ਨਾਲ ਉਹਨਾਂ ਵਰਕਰਾਂ ਦੀਆਂ ਤਨਖਾਹਾਂ ਆ ਸਕਦੀਆਂ। ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਸਿੱਧਾ ਠੇਕੇਦਾਰ ਕੋਲ ਸੀਗੇ, ਫਿਰ ਠੇਕਾ ਹੋ ਗਿਆ ਸਰਕਾਰ ਦੇ ਨਾਲ, ਹਾਂ, ਜਾਂ ਵਿਭਾਗ ਦੇ ਨਾਲ ਹੋ ਗਿਆ। ਫਰਕ ਕੁਝ ਨਹੀਂ ਪਿਆ, GST ਵੱਧ ਗਿਆ ਉੱਚ, ਬਸ GST ਪ੍ਰਾਈਵੇਟ ਠੇਕੇਦਾਰ ਤੋਂ ਲੱਗ ਰਿਹਾ ਹੈ। ਅੱਛਾ ਜੀ, ਅੱਛਾ। ਹੁਣ ਤੁਸੀਂ ਬਰੀਫ ਦੇ ਵਿੱਚ ਆਪਣੀਆਂ ਮੰਗਾਂ ਦੱਸੋ। ਸਾਡੀ ਮੰਗ, ਸਾਨੂੰ ਡਾਇਰੈਕਟ ਜਿਹੜਾ ਹੈ ਉਹ ਪੱਕਾ ਕੀਤਾ ਜਾਵੇ, ਕਿਉਂਕਿ ਇਸ ਮਹਿਕਮੇ 'ਚ 2007 ਤੋਂ ਲਗਾਤਾਰ ਅਸੀਂ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਰਹੇ ਹਾਂ ਜੀ, ਤੇ ਲੋਕਾਂ ਦੀ ਸੇਵਾ ਕਰ ਰਹੇ ਹਾਂ। ਲੋਕਾਂ ਤੋਂ, ਜਨਤਾ ਤੋਂ ਅਸੀਂ ਮਾਫੀ ਮੰਗਣਾ ਚਾਹੁੰਦੇ ਹਾਂ ਵੀ ਸਾਨੂੰ ਆਪਦੇ ਬੱਚਿਆਂ ਦਾ ਭਵਿੱਖ ਨਾ ਦਿਸਦਾ ਹੋਇਆ ਸਾਨੂੰ ਆਹ ਕਦਮ ਚੁੱਕਣੇ ਪੈ ਰਹੇ ਨੇ ਵੀ ਅਸੀਂ ਜਿਹੜੇ ਲੋਕ ਆਪਦੀ ਗੱਡੀਆਂ ਬੰਦ ਕਰ ਰਹੇ ਹਾਂ। ਇਹ ਸਾਨੂੰ ਇੱਕ ਆਪਣੇ ਆਪ ਤੇ ਸ਼ਰਮ ਆਉਂਦੀ ਏ, ਪਰ ਇਹ ਸ਼ਰਮ ਸਰਕਾਰ ਨੂੰ ਆਉਣੀ ਚਾਹੀਦੀ ਏ। ਪਰ ਸਰਕਾਰ ਨੇ ਮਾਸਕ ਦੇ ਪਿੱਛੇ ਆਪਦਾ ਮੂੰਹ ਲੁਕਾਇਆ ਹੋਇਆ ਏ, ਜਨਤਾ ਨੂੰ ਗੁੰਮਰਾਹ ਕਰ ਰਹੇ ਨੇ। ਚਲੋ,
ਇਹ ਗੱਲ ਹੋ ਗਈ ਇਹ ਸਰਕਾਰ ਦੀ। ਤੁਸੀਂ ਮੈਨੂੰ ਦੱਸੋ ਵੀ ਇਸ ਮੰਗਾਂ ਦੇ ਪ੍ਰਤੀ ਤੁਹਾਡੇ ਕਿਸੇ ਅਧਿਕਾਰੀ ਨਾਲ ਮੀਟਿੰਗ ਹੋਈ? ਕਦੋਂ ਹੋਈ? ਉਹਨੇ ਕੀ ਕਿਹਾ? ਇਹਦੇ ਵਿੱਚ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਜੀ, ਉਹਨਾਂ ਨਾਲ ਸਾਡੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ। ਉਸ ਤੋਂ ਬਾਅਦ ਜਿਹੜੇ ਇਸ ਕੰਮ ਨੂੰ ਕਰਨ ਵਾਸਤੇ ਸਬ ਕਮੇਟੀ 5 ਮੈਂਬਰੀ ਬਣਾਈ ਗਈ ਹੈ, ਉਹਦੇ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਹੈ। ਆ ਪਿੱਛੇ ਜੋ ਅਸੀਂ ਪਟਿਆਲੇ ਪ੍ਰੋਟੈਸਟ ਕੀਤਾ ਹੈ, ਉਹਦੇ ਵਿੱਚ 19 ਤਰੀਕ ਦੀ ਸਾਡੀ ਪੈਨਲ ਮੀਟਿੰਗ ਬ੍ਰਹਮਿੰਦਰਾ ਜੀ ਨਾਲ ਦਿੱਤੀ ਗਈ ਸੀ, ਪਰ ਮੀਟਿੰਗ ਕਰਨ ਤੋਂ ਸਰਕਾਰ ਭੱਜ ਗਈ। ਉਹਨਾਂ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ, ਸਾਡਾ ਕੋਈ ਫੈਸਲਾ ਨਹੀਂ ਮੰਨਿਆ। ਯਾਨੀ ਮੀਟਿੰਗ ਦਾ ਸਮਾਂ ਦਿੱਤਾ, ਉਸ ਤੋਂ ਬਾਅਦ ਕੋਈ ਸਮਾਂ ਦੇਣ ਤੋਂ ਬਾਅਦ ਗੱਲ ਨਹੀਂ ਹੋਈ ਤੁਹਾਡੀ? ਲਗਾਤਾਰ 1 ਸਾਲ ਤੋਂ ਸਮਾਂ ਦੇ ਰਹੇ ਨੇ ਤੇ ਮੀਟਿੰਗ ਨਹੀਂ ਕਰ ਰਹੇ। ਕੋਈ ਨਾ ਕੋਈ ਬਹਾਨਾ ਬਣਾ ਕੇ, ਕਦੀ ਕਰੋਨਾ ਦਾ ਬਹਾਨਾ ਬਣਾ ਕੇ, ਕਦੀ ਦਿੱਲੀ ਮੀਟਿੰਗ ਦਾ ਬਹਾਨਾ ਬਣਾ ਕੇ, ਕਦੀ ਕਹਿੰਦੇ ਤੁਹਾਡੇ ਵਾਸਤੇ ਕੁਝ ਅਸੀਂ ਨਵਾਂ ਤਿਆਰ ਕਰ ਰਹੇ ਹਾਂ। ਅਜੇ ਤੱਕ ਸਾਡੇ ਨਾਲ ਕੋਈ ਵੀ ਫਾਈਨਲ ਮੀਟਿੰਗ ਨਹੀਂ। ਚਲੋ, ਤੁਹਾਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਵਾਸਤੇ ਕੋਈ ਨਵੀਂ ਨੀਤੀ ਤਿਆਰ ਕਰ ਰਹੇ ਆ, ਜਾਂ ਕੋਈ ਅੱਜ ਕਰੋਨਾ ਕੋਵਿਡ ਦੇ ਆੜ ਦੇ ਵਿੱਚ ਤੁਹਾਡੇ ਨਾਲ ਮੀਟਿੰਗਾਂ ਅੱਗੇ ਤੇ ਅੱਗੇ ਸਥਗਿਤ ਕੀਤੀਆਂ ਜਾ ਰਹੀਆਂ ਨੇ? ਅੱਜ ਵੀ ਜਿਹੜੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸਾਡੇ ਨਾਂ ਤੇ ਕਹਿ ਰਹੇ ਨੇ ਵੀ 28 ਤਰੀਕ ਨੂੰ ਅੱਜ ਹੜਤਾਲ ਕਰਨ ਤੇ ਤੁਹਾਨੂੰ ਮੀਟਿੰਗ ਦਿੱਤੀ ਸੀ, ਪਰ ਸਾਡੇ ਨਾਲ ਕੋਈ ਵੀ ਮੰਤਰੀ, ਟਰਾਂਸਪੋਰਟ ਮੰਤਰੀ ਦੀ ਜਾਂ ਕਿਸੇ ਇਹੋ ਜਿਹੀ ਮੀਟਿੰਗ ਨਹੀਂ ਹੋਈ, ਤੇ ਨਾ ਹੀ ਮੀਟਿੰਗ ਕਰਨ ਵਾਸਤੇ, ਸਾਡੀਆਂ ਮੰਗਾਂ ਮੰਨਣ ਵਾਸਤੇ, ਸਾਡੀਆਂ ਗੱਲਾਂ ਸੁਣਨ ਵਾਸਤੇ ਤਿਆਰ ਨਹੀਂ ਸਰਕਾਰ। ਯਾਨੀ ਟਰਾਂਸਪੋਰਟ ਸਕੱਤਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਾਂ ਕੋਈ ਤੁਹਾਡੇ ਹੋਰ GM ਲੈਵਲ ਦੇ ਬੰਦੇ ਹੁੰਦੇ, ਉਹ ਗੱਲ ਅਧਿਕਾਰੀ ਹੁੰਦੇ ਅੱਗੇ ਗੱਲ ਪਹੁੰਚਾਉਂਦੇ, ਉਹਨਾਂ ਨਾਲ ਕੋਈ ਤੁਹਾਡੀ ਗੱਲਬਾਤ ਨਹੀਂ ਹੋਈ? ਸਾਡੇ ਜੋ ਡਿਪੂਆਂ ਦੇ GM ਨੇ, GM ਸਾਹਿਬਾਨ ਨੇ, TM ਸਾਹਿਬਾਨ ਨੇ, ਜਾਂ ਸਾਡੇ ਡਾਇਰੈਕਟਰ ਦਫ਼ਤਰ ਨੇ, ਉਹਨਾਂ ਨੇ ਸਾਨੂੰ ਉੱਚ ਅਧਿਕਾਰੀਆਂ ਨਾਲ ਗੱਲ ਕਰਵਾਉਣ ਵਾਸਤੇ ਜ਼ੋਰ ਪਾਇਆ, ਅਜੇ ਵੀ ਜ਼ੋਰ ਪਾ ਰਹੇ ਨੇ। ਉਹ ਸਾਡੀਆਂ ਗੱਲਾਂ ਪਹੁੰਚਾਉਣ ਵਾਸਤੇ ਸਾਨੂੰ ਅੱਗੇ ਗੱਲ ਕਰ ਰਹੇ ਨੇ, ਪਰ ਅੱਗੋਂ ਸਰਕਾਰ ਨਹੀਂ ਮੰਨ ਰਹੀ। ਸਰਕਾਰ ਨਹੀਂ ਮੰਨਣੀ, ਤੁਹਾਡਾ ਸੁਨੇਹਾ ਪਹੁੰਚ ਨਾ ਤੁਹਾਨੂੰ? ਸਰਕਾਰ ਨੇ ਨਾ ਕਿ ਕਿਸੇ ਛੋਟੇ ਅਧਿਕਾਰੀ ਨਾਲ ਜਾਂ ਕਿਸੇ ਸਾਡੇ ਡਿਪੂ ਦੇ ਅਧਿਕਾਰੀ ਨਾਲ ਸਾਡੇ ਕੋਈ ਲੜਾਈ ਨਹੀਂ ਹੈਗੀ, ਸਾਡੀ ਸਿੱਧੀ ਤੇ ਸਿੱਧੇ ਸਰਕਾਰ ਨਾਲ ਲੜਾਈ ਹੈ। ਚਲੋ ਠੀਕ ਆ, ਅਧਿਕਾਰੀ ਵੀ ਵਿੱਚ ਸ਼ਮੂਲੀਅਤ ਹੁੰਦੇ ਆ, ਉਹ ਲੜਾਈ ਚਾਹੇ ਤੁਸੀਂ ਇਹਨੂੰ ਕਹਿਣਾ ਚਾਹੋ ਜਾਂ ਨਾ ਚਾਹੋ, ਤੇ ਹੁਣ ਜੇ ਤੁਸੀਂ ਉੱਥੇ ਬੈਠੇ ਹੋ ਤਾਂ ਜਵਾਬਦੇਹੀ ਤਾਂ ਅਧਿਕਾਰੀ ਦੀ ਹੈ ਭਾਈ। ਹਾਂ, ਗੱਲ ਹੋਣੀ ਹੈ, ਸਰਕਾਰ ਤਾਂ ਬਾਅਦ ਚ ਆਉਂਦੀ ਹੈ, ਐਗਜ਼ੀਕਿਊਟ ਤਾਂ ਅਧਿਕਾਰੀਆਂ ਨਹੀਂ ਕਰਨਾ ਹੁੰਦਾ। ਹੁਣ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਨਾ ਤਾਂ ਟਰਾਂਸਪੋਰਟ ਮੰਤਰੀ ਨੇ ਕੋਈ ਸਮਾਂ ਦੇ ਕੇ ਮੀਟਿੰਗ ਕੀਤੀ, ਨਾ ਉਸ ਤੋਂ ਬਾਅਦ ਹੋਰ ਅਧਿਕਾਰੀ ਨੇ ਕੀਤੀ, ਨਾ ਡਾਇਰੈਕਟਰ ਨੇ ਕੀਤੀ, ਇਸ ਕਰਕੇ ਤੁਹਾਨੂੰ ਮਜਬੂਰ ਨਹੀਂ ਇੱਥੇ ਬੈਠਣਾ ਪਿਆ। ਹੁਣ ਤੁਸੀਂ ਮੈਨੂੰ ਅੱਜ ਦਾ ਪ੍ਰੋਗਰਾਮ ਦੱਸੋ ਵੀ ਅੱਜ ਤੁਸੀਂ ਕਿੱਥੇ ਕੀ ਕੀਤਾ? ਅੱਜ ਪੰਜਾਬ ਦੇ ਵਿੱਚ 18 ਡਿਪੂ, 2 ਸਬ ਡਿਪੂ ਤੇ 9 PR ਡਿਪੂ, PRTC ਦੇ ਡਿਪੂ, ਜਿਹੜੇ 27 ਟੋਟਲ 29 ਡਿਪੂ ਨੇ। ਹਾਂਜੀ, ਉਹਦੇ ਵਿੱਚ ਅਸੀਂ ਪ੍ਰੋਪਰ ਤੌਰ ਤੇ 28, 29 ਤੇ 30 ਦੀ ਹੜਤਾਲ ਰੱਖੀਏ, ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਪੱਕੇ ਤੌਰ ਤੇ ਸਾਰੇ ਪੰਜਾਬ ਦੇ ਅੱਡੇ ਬੰਦ ਰਹਿਣਗੇ। ਉੱਥੇ ਆਪਦੀਆਂ ਜਿਹੜੀਆਂ ਮੰਗਾਂ ਨੂੰ ਰੱਖਿਆ ਜਾਏਗਾ। ਤੇ ਉਸ ਤੋਂ ਬਾਅਦ 29 ਤਰੀਕ ਦਾ ਸਾਡਾ ਮੋਤੀ ਮਹਿਲ ਦਾ ਘਰਾਓ ਹੈ, ਜਿੱਥੇ ਦੂਜੀਆਂ ਸਾਡੀਆਂ ਯੂਨੀਅਨਾਂ ਬੈਠੀਆਂ ਨੇ, ਠੇਕਾ ਸੰਘਰਸ਼ ਮੋਰਚਾ, 19 ਯੂਨੀਅਨਾਂ ਦਾ ਜਿਹੜਾ ਗੱਠਜੋੜ ਬੈਠਾ ਹੈ, ਉਹਨਾਂ ਦੇ ਨਾਲ ਜਾ ਕੇ ਅਸੀਂ ਆਪਣੇ ਵੱਖਰੇ ਤੌਰ ਤੇ ਉਹਨਾਂ ਦੇ ਨਾਲ ਮਿਲ ਕੇ ਮੋਤੀ ਮਹਿਲ ਦਾ ਘਰਾਓ ਕਰਾਂਗੇ। ਉਸ ਤੋਂ ਬਾਅਦ ਸਰਕਾਰ ਸਾਨੂੰ ਉੱਥੇ ਕੋਈ ਨਹੀਂ ਦਿੰਦੀ, ਉਸ ਤੋਂ ਬਾਅਦ ਅਸੀਂ 30 ਤਰੀਕ ਦੀ ਰੱਖੀ ਹੜਤਾਲ ਕਰਾਂਗੇ। ਜੇ ਸਰਕਾਰ ਫਿਰ ਵੀ ਨਹੀਂ ਮੰਨਦੀ ਤਾਂ ਫਿਰ ਅਸੀਂ ਜੋ ਮਰਨ ਵਰਤ ਜੋ ਵੀ ਸਾਨੂੰ ਕਰਨਾ ਪਿਆ, ਪੱਕੇ ਤੌਰ ਤੇ ਹੜਤਾਲ ਕਰਨੀ ਪਈ, ਪੱਕੇ ਤੌਰ ਤੇ ਡੇਰੇ ਲਾਉਣੇ ਪਏ, ਅਣਮਿੱਥੇ ਦੀ ਹੜਤਾਲ ਕਰਨੀ ਪਈ, ਅਸੀਂ ਸਾਰੇ ਹਥਿਆਰ ਹੱਥ ਕੰਡੇ ਵਰਤਾਂਗੇ। ਇਹ ਸਨ ਸਰਦਾਰ ਜਸਵੀਰ ਸਿੰਘ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕੋਈ ਵੀ ਗੱਲ ਉਹਨਾਂ ਦੀ ਮੰਨ ਨਹੀਂ ਰਹੀ। ਵਜ੍ਹਾ ਨੀਤੀਆਂ 'ਤੇ ਉਲਝਾਇਆ ਜਾ ਰਿਹਾ ਹੈ, ਜਾਂ ਜਿਹੜੀ ਮੌਜੂਦਾ ਸਥਿਤੀ ਹੈ ਕੋਵਿਡ ਦੇ ਉਲਝਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹਨਾਂ ਦੀ ਨਾਰਾਜ਼ਗੀ ਨਹੀਂ ਕੋਈ ਨਜ਼ਰ ਆ ਰਹੀ, ਇਹ ਸਿੱਧਾ ਸਰਕਾਰ ਨੂੰ ਦੋਸ਼ ਦੇ ਰਹੇ ਨੇ। ਅਤੇ ਪਰ ਇੱਕ ਗੱਲ ਹੋਰ ਵੀ ਹੈ ਕਿ ਇਹਨਾਂ ਨੇ ਇੱਕ ਸਮਾਂ ਦੇਖਿਆ ਕਿ ਹੁਣ ਚੋਣਾਂ ਆਉਣ ਵਾਲੀਆਂ ਨੇ, ਸ਼ਾਇਦ ਸਾਡੀਆਂ ਮੰਗਾਂ ਮੰਨੀਆਂ ਜਾਣ। ਕੱਲ੍ਹ ਨੂੰ ਇਹਨਾਂ ਮੋਤੀ ਮਹਿਲ ਜਾਣਾ ਹੈ, ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੈ। ਅਗਲੇ ਪ੍ਰੋਗਰਾਮ 30 ਤੋਂ ਬਾਅਦ ਵੀ ਇਹਨਾਂ ਨੇ ਕਿਹਾ ਵੀ ਜੇ ਸਰਕਾਰ ਨੇ, ਜਿਵੇਂ ਕਿ ਪਹਿਲਾਂ ਪਿਛਲਾ ਰਵੱਈਆ ਰਿਹਾ, ਨਾ ਟਰਾਂਸਪੋਰਟ ਮੰਤਰੀ ਮਿਲੇ ਜਾਂ ਨਾ ਹੋਰ ਅਧਿਕਾਰੀ ਮਿਲੇ, ਇੱਕ ਵੱਡਾ ਵਰਗ ਯਾਨੀ ਕਿ ਆਪਣੇ ਹੱਕਾਂ ਲਈ ਉਤਰਿਆ ਹੋਇਆ, ਸਰਕਾਰ ਦੇ ਖਿਲਾਫ ਉਤਰਿਆ ਹੋਇਆ। ਅਧਿਆਪਕ ਵੀ ਹੋ ਗਏ, ਅਧਿਆਪਕ ਦੇ ਅਲੱਗ-ਅਲੱਗ ਵਰਗ ਉਤਰੇ, ਕਿ ਵੱਡਾ ਠੇਕਾ ਅਧਿਕਾਰ ਜਿਹੜੀ ਨੀਤੀ ਹੈ ਸਰਕਾਰ ਨੂੰ ਕਿਤੇ ਨਾ ਕਿਤੇ ਚੁਣੌਤੀ ਬਣੀ ਹੋਈ ਹੈ। ਇਹ ਚੁਣੌਤੀ ਦੇ ਵਿੱਚ ਇਸ ਸੰਬੰਧੀ ਕੋਈ ਨੀਤੀ ਲਿਆਂਦੀ ਜਾਂਦੀ ਹੈ। ਵੀ ਇਹ ਲੱਗ ਰਿਹਾ ਹੈ ਕਿ ਕੈਪਟਨ ਸਰਕਾਰ ਕਿਤੇ ਜੇ ਆਪਣੇ ਅੰਦਰੂਨੀ ਖਾਨਾ ਜੰਗੀ ਚੁਲਝੀ ਹੋਈ ਹੈ ਸੱਤਾ ਬਚਾਉਣ ਲਈ, ਉੱਥੇ ਜਿਹੜੇ ਮੁਲਾਜ਼ਮ ਨੇ, ਠੇਕਾਦਾਰ ਮੁਲਾਜ਼ਮ ਨੇ, ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਆਏ ਨੇ। ਉਹਨਾਂ ਦੀ ਉਮੀਦ ਹੈ ਕਿ ਚੋਣਾਂ ਤੋਂ ਪਹਿਲਾਂ ਸ਼ਾਇਦ ਉਹਨਾਂ ਦੀ ਕੋਈ ਗੱਲ ਸੁਣ ਲਈ ਜਾਵੇ, ਜਦੋਂ ਕਿ 4.5 ਸਾਲ ਬੀਤਣ ਨੂੰ ਹੋ ਗਏ, ਅਜੇ ਤੱਕ ਕੋਈ ਗੱਲ ਨਹੀਂ ਸੁਣੀ ਗਈ। ਪਰ ਇੱਥੇ ਇੱਕ ਹੋਰ ਵੱਡੀ ਇਹਨਾਂ ਨੇ ਇੱਕ
ਜਾਣੀ ਕਿ ਬੇਨਤੀ ਕੀਤੀ ਹੈ ਵੀ ਸਾਡੀ ਜਿਹੜੀ ਮਜਬੂਰੀ ਹੈ, ਲੋਕ ਇਹਦੇ ਨਾਲ 1.5 ਤੋਂ 2 ਲੱਖ ਲੋਕ ਰੋਜ਼ਾਨਾ ਪ੍ਰਭਾਵਿਤ ਹੋਣਗੇ ਤੇ ਬੱਸਾਂ ਰੁਕ ਜਾਣਗੀਆਂ। ਇੱਕ ਇਹਦੇ ਨਾਲ ਇੱਕ ਹੋਰ ਸਿੱਧੇ ਰੂਪ ਤੇ ਗੱਲ ਜਾਂਦੀ ਹੈ, ਸਰਕਾਰ ਦਾ ਜਿਹੜਾ ਮਾਲੀਆ ਇਕੱਠਾ ਹੋਣਾ ਸੀਗਾ ਉਹ ਬਹੁਤ ਵੱਡਾ ਨੁਕਸਾਨ 'ਚ ਜਾਏਗਾ ਤੇ ਉਹ ਕਿਤੇ ਨਾ ਕਿਤੇ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਦੀ ਜੇਬ 'ਚ ਪੈ ਜਾਣਾ ਹੈ। ਤੇ ਜਿੱਥੇ ਬੀਬੀਆਂ ਨੂੰ ਜਿਹੜਾ ਆਪਣਾ ਫ੍ਰੀ ਪਾਸ ਦੀ ਆਧਾਰ ਕਾਰਡ ਦੇ ਨਾਂ 'ਤੇ ਦਿੱਤਾ ਗਿਆ, ਉਹ ਵੀ ਬੀਬੀਆਂ ਦਾ ਆਉਣਾ ਜਾਣਾ ਵੀ ਰੁਕ ਜਾਣਾ। ਕਿਤੇ ਨਾ ਕਿਤੇ ਵੱਡਾ ਵੋਟ ਬੈਂਕ ਸਰਕਾਰ ਦੇ ਖਿਲਾਫ ਨਿੱਤਰ ਸਕਦਾ ਹੈ। ਇਹ ਵੋਟ ਬੈਂਕ ਆਉਣ ਵਾਲੇ ਦਿਨਾਂ 'ਚ ਕੀ ਆਪਣਾ ਰਿਜ਼ਲਟ ਦਿੰਦਾ ਹੈ, ਇਹ ਸਰਕਾਰ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ। ਇਹਨਾਂ ਦੇ ਹੱਕਾਂ ਦੀ ਵੀ ਗੱਲ ਕੀਤੀ ਜਾਵੇ। ਨਵੀਂ ਤਬਦੀਲੀ ਕਰ ਦਿੱਤੀ ਜਾਂਦੀ ਹੈ। ਠੇਕਾ ਪਹਿਲਾਂ ਠੇਕਿਆਂ ਕੋਲ ਯਾਨੀ ਠੇਕੇਦਾਰਾਂ ਕੋਲ ਹੀ ਹੁੰਦਾ, ਫਿਰ ਸਰਕਾਰ ਠੇਕੇ 'ਤੇ ਕਰ ਲੈਂਦੀ ਹੈ। ਇਹ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣ ਦੀ ਲੋੜ ਹੈ। ਅਜਿਹੇ ਮਸਲੇ ਅਸੀਂ ਹਟਾਉਂਦੇ ਰਹਿੰਦੇ ਹਾਂ, ਉਠਾਉਂਦੇ ਰਹਿੰਦੇ ਹਾਂ, ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਜੇ ਦਰਸ਼ਕਾਂ ਨੂੰ ਸਾਡੀਆਂ ਕੋਸ਼ਿਸ਼ਾਂ ਠੀਕ ਲੱਗਦੀਆਂ ਨੇ ਤਾਂ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।